ਬੱਚੀ ਦੇ ਪਿਤਾ ਤੇ ਇਸ ਮਾਂ ਨੇ ਇਲਜ਼ਾਮ ਲਗਾਏ ਨੇ ਕਿ ਪਿੱਠ ਤੇ ਮੁੱਕੇ ਮਾਰ-ਮਾਰ ਕੇ ਕੁੱਟ-ਕੁੱਟ ਕੇ ਇੰਨਾ ਬੁਰਾ ਹਾਲ ਕਰ ਦਿੱਤਾ ਹੈ ਕਿ ਬੱਚੀ ਦਾ ਸਾਰਾ ਪਾਸਾ ਜਿਹੜਾ ਉਹ ਖੜ ਚੁੱਕਾ ਹੈ। ਇੱਕ ਛੋਟੀ ਜਿਹੀ ਮਾਸੂਮ ਬੱਚੀ ਤੋਤਲੀ ਜ਼ਬਾਨ ਦੇ ਵਿੱਚ ਸ਼ਾਇਦ ਉਸਨੂੰ ਪਾਪਾ ਕਹਿੰਦੀ ਹੋਵੇਗੀ, ਬਾਪੂ ਕਹਿੰਦੀ ਹੋਵੇਗੀ। ਇਹ ਬਹੁਤ ਕਰਦੀ ਸੀ ਉਹਦੇ ਜਿਹਨੂੰ ਪੁੱਛਣਾ ਵੀ ਤੂੰ ਪੁੱਤ ਕਿਹਦਾ, ਪਾਪਾ ਦਾ, ਬਸ ਪਾਪਾ ਦਾ। ਹੁਣ ਵੀ ਮਮਾ ਪਾਪਾ, ਮਮਾ ਬੱਬੂ, ਪਰ ਉਸ ਨੂੰ ਬਿਲਕੁਲ ਤਰਸ ਨਹੀਂ ਆਇਆ ਤੇ ਬੱਚੀ ਦੇ ਨਾਲ ਜੋ ਹੋਇਆ ਉਹ ਸ਼ਾਇਦ ਮੈਂ ਜੋ ਬੱਚੀ ਇਸ ਵੇਲੇ ਤਕਲੀਫ ਜਾ ਰਹੀ ਹੈ ਉਸ ਨੂੰ ਮੈਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੀ। ਤੁਸੀਂ ਦੇਖੋ ਕਿ ਦਵਾਈਆਂ ਸ਼ਾਇਦ ਇਸ ਨੂੰ ਦਿੱਤੀਆਂ ਹੋਈਆਂ ਨੇ, ਜੇ ਨੀਂਦ ਟੁੱਟਦੀ ਹੈ ਤਾਂ ਬੱਚੀ ਰੋਣ ਲੱਗ ਜਾਂਦੀ ਹੈ, ਇੰਨੀ ਜ਼ਿਆਦਾ ਤਕਲੀਫ ਦੇ ਵਿੱਚ ਹੈ ਬੱਚੀ। ਕਿੱਥੋਂ ਆਏ? ਪਿੱਛੋਂ ਟੁੱਟੀ? ਅੱਛਾ, ਪਲਾਸਟਰ ਲੱਗਿਆ ਹੋਇਆ ਹੈ? ਰੀੜ ਦੀ ਹੱਡੀ ਕਹਿੰਦੇ ਟੁੱਟ ਗਈ ਆ। ਐਦਾਂ ਕਿਉਂ ਮਾਰਿਆ ਬੱਚੀ ਨੂੰ ਕਿ ਬੱਚੀ ਦੀ ਰੀੜ ਦੀ ਹੱਡੀ ਤੋੜ ਦਿੱਤੀ? ਪਹਿਲਾਂ ਵੀ ਮਾਰ ਕੁੱਟ ਕਰਦੇ ਸੀਗੇ ਜੀ। ਪਹਿਲਾਂ ਮਤਲਬ ਮੈਂ ਹੁੰਦੀ ਸੀ ਕੋਲ, ਉਹਨਾਂ ਨੂੰ ਰੋਕ ਦਿੰਦੇ ਸੀਗੇ ਦੀਦੀ, ਪਰ ਉਸ 'ਚ ਮੈਂ ਹੈ ਨਹੀਂ ਸੀ। ਕੁੱਟਣ ਮਾਰਨ ਦਾ ਕੀ ਮਤਲਬ ਹੈ ਬੱਚੇ? ਪਤਾ ਹੀ ਨਹੀਂ ਕੀ ਮਤਲਬ ਸੀਗਾ ਉਹਨਾਂ ਦਾ, ਸ਼ਾਇਦ ਆਪਣੇ ਬੱਚੇ ਨਹੀਂ ਹੈਗੇ ਉਹਨਾਂ ਦੇ, ਇਸ ਕਰਕੇ। ਸਕਾ ਪਿਓ ਨਹੀਂ? ਨਹੀਂ। ਤੁਹਾਡਾ ਦੂਸਰਾ ਵਿਆਹ ਹੈ? ਹਾਂਜੀ। ਕੀ ਸੋਚ ਕੇ ਇੱਥੇ ਵਿਆਹ ਕਰਵਾਇਆ ਕਿ ਮਾਪਿਆਂ ਨੇ ਜ਼ਬਰਦਸਤੀ ਕਰਵਾਇਆ, ਆਪਣੀ ਮਰਜ਼ੀ ਦੇ ਨਾਲ ਕਰਵਾਇਆ? ਮੈਂ ਆਪਣੀ ਮਰਜ਼ੀ ਦੇ ਨਾਲ ਹੀ ਕਰਵਾਇਆ ਸੀਗਾ ਜੀ। ਬਸ ਕੁਛ ਮੈਨੇ ਇੰਨਾ ਜ਼ਿਆਦਾ ਮਤਲਬ ਕਿ ਮੈਨੂੰ ਕਹਿੰਦਾ ਸੀਗਾ, ਮਤਲਬ ਦਵਾਈ ਪੀ ਲਈ ਸੀਗੀ ਜੀ। ਮਤਲਬ ਕੁਛ ਮੇਰੇ ਘਰ ਦੇ ਉੱਧਰ ਮੇਰੇ ਸੱਸ ਸਹੁਰਾ ਮੇਰੇ ਨਾਲ ਲੜਦੇ ਰਹਿੰਦੇ ਸੀ। ਦਿਮਾਗ ਬਸ ਮੈਨੂੰ ਕੁਛ ਸਮਝ ਹੀ ਨਹੀਂ ਆਇਆ। ਤੁਹਾਨੂੰ ਪਤਾ ਜੇ ਪਿਓ ਬੱਚੀ ਨੂੰ ਏਦਾਂ ਮਾਰਦਾ ਕੁੱਟਦਾ, ਫਿਰ ਬੱਚੀ ਨੂੰ ਛੱਡ ਕੇ ਕਿਉਂ ਗਏ ਤੁਸੀਂ? ਮੈਂ ਉਹਨੂੰ ਫੋਨ ਕੀਤਾ 9 ਵਜੇ, ਮੈਂ ਕਿਹਾ ਕੁੜੀਆਂ ਵੀ ਕਿੱਥੇ ਨੇ, ਕਿਵੇਂ ਨੇ? ਕਹਿੰਦਾ ਠੀਕ ਆ, ਪਈਆਂ ਨੇਗੀਆਂ। ਪਰ ਸਵੇਰੇ ਮੈਨੂੰ ਗੁਆਂਢੀਆਂ ਨੇ ਦੱਸਿਆ, ਮੈਂ ਉਹਨਾਂ ਨੂੰ ਫੋਨ ਫੇਰ ਕਰਕੇ ਪੁੱਛਿਆ, ਮਾਂ ਮੇਰੀ ਕੁੜੀਆਂ ਕਿਵੇਂ ਨੇ? ਉਹ ਕਹਿੰਦੇ ਤੇਰੀ ਕੁੜੀ ਤੋਂ ਨਾ ਉੱਠਿਆ ਜਾਂਦਾ, ਨਾ ਤੇਰੀ ਕੁੜੀ ਤੋਂ ਬੈਠਿਆ ਜਾਂਦਾ, ਵੀ ਬਸ ਤੇਰੀ ਕੁੜੀ ਕਹਿੰਦੇ ਐ ਪਈ ਆ ਵੀ ਜਿਵੇਂ ਮਤਲਬ ਕਿ ਉਹਦੀ ਲੱਤਾਂ ਟੁੱਟ ਗਈਆਂ ਹੁੰਦੀਆਂ। ਬੱਚੀ ਕਿੰਨੀ ਤਕਲੀਫ ਦੇ ਵਿੱਚ ਹੈ। ਤੁਸੀਂ ਸ਼ਾਇਦ ਬਿਨਾਂ ਸੋਚੇ ਸਮਝੇ ਦੂਸਰੇ ਵਿਆਹ ਦਾ ਫੈਸਲਾ ਲਿਆ। ਪਹਿਲਾ ਵਿਆਹ ਜਿਹੜਾ ਤੁਹਾਡਾ ਸੀਗਾ ਸਹੀ ਚੱਲ ਰਿਹਾ ਸੀ ਸਾਰਾ ਕੁਝ? ਹਾਂਜੀ ਸਹੀ ਸੀ ਜੀ। ਹਸਬੈਂਡ ਵਾਈਫ ਦੀ ਲੜਾਈ ਤਾਂ ਉੱਦਾਂ ਹੁੰਦੀ ਰਹਿੰਦੀ ਹੈ, ਪਰ ਉਹਨਾਂ ਨੇ ਆਪਣੇ ਬੱਚਿਆਂ ਨੂੰ ਕਦੇ ਕੁਝ ਨਹੀਂ ਕਿਹਾ ਸੀਗਾ। ਜਿਵੇਂ ਮਤਲਬ ਇਹਨਾਂ ਨੇ ਮੇਰੇ ਬੱਚਿਆਂ ਨੂੰ ਕੀਤਾ, ਮੇਰੇ ਬੱਚਿਆਂ ਦਾ ਹਾਲ ਕਰਤਾ। ਉਹਨਾਂ ਨੇ ਤਾਂ ਆਪਣੇ ਬੱਚੇ ਤੇ ਕਦੇ ਹੱਥ ਤੱਕ ਵੀ ਨਹੀਂ ਚੱਕਿਆ ਸੀਗਾ। ਦੋਵੇਂ ਬੱਚੀਆਂ ਨੂੰ ਮਾਰਦਾ ਉਹ ਤੁਹਾਡਾ ਘਰ ਵਾਲਾ, ਜਿਹੜਾ ਦੂਜਾ ਘਰ ਵਾਲਾ? ਹਾਂਜੀ ਮਾਰਦਾ, ਪਰ ਇਹ ਡਰ ਜਾਂਦੀ ਆ, ਉਹ ਬੋਲਦੀ ਨਹੀਂ ਹੈਗੀ। ਉਹ ਥੋੜੀ ਸਮਝਦਾਰ ਹੋ ਗਈ ਹੁਣ। ਉਹਨੂੰ ਜਿਵੇਂ ਕਹਿੰਦਾ, ਜੇ ਮੈਨੂੰ ਕੁੱਟਮਾਰ ਕਰਦਾ ਉੱਥੇ ਖੜ ਜਾਂਦੀ ਹੈਗੀ। ਉਹ ਜਿਵੇਂ ਉਹਨੂੰ ਕਹਿੰਦੇ ਪੁੱਤ ਕਿਸੇ ਨੂੰ ਬਾਹਰੋਂ ਬੁਲਾ ਲਿਆ, ਜੇ ਉਹਨੂੰ ਕਹੂਗਾ ਨਹੀਂ ਤੂੰ ਇੱਥੇ ਖੜੀ ਰਹਿ ਤਾਂ ਉੱਥੇ ਹੀ ਖੜੀ ਰਹੂਗੀ। ਇਹ ਮਤਲਬ ਕਿ ਰੋਣ ਲੱਗ ਜਾਂਦੀ ਹੈ ਜੀ, ਡਰਦੀ ਮਰੀ। ਜੇ ਰੋਂਦੀ ਹੈ ਤਾਂ ਫਿਰ ਉਹਨੂੰ ਕੁੱਟਮਾਰ ਕਰਦੀ। ਕਿੰਨੀ ਉਮਰ ਹੈ? ਇਹ 2.5 ਸਾਲ ਦੀ। ਤੁਹਾਡੀ ਵੱਡੀ ਧੀ ਨੇ ਤੁਹਾਨੂੰ ਦੱਸਿਆ ਕਿ ਪਿਓ ਨੇ ਮਤਰੇ ਪਿਓ ਨੇ ਕਿਵੇਂ ਕੁੱਟਿਆ ਇਹਨੂੰ, ਛੋਟੀ ਬੱਚੀ? ਹਾਂਜੀ ਮੁੱਕੇ ਮਾਰੇ ਇਹਦੇ। ਇੱਥੇ ਨੀਲ ਵੀ ਪਿਆ, ਸੱਟਾਂ ਦੇ ਨਿਸ਼ਾਨ ਹੀ ਸੀਗੇ ਸਾਰੇ, ਹੋਣਗੀਆਂ ਨੀਲ ਸੀਗਾ ਇਹਦੇ, ਦੇਖੋ। ਹਾਂਜੀ ਮੇਰੀ ਬੜੀ ਬੇਟੀ ਨੂੰ ਪਤਾ ਹੋਊਗਾ ਵੀ ਮੇਰੇ ਪਾਪਾ ਹੋਰ, ਪਰ ਇਹਨੂੰ ਨਹੀਂ ਪਤਾ ਹੈਗਾ ਕਿਉਂਕਿ ਇਹਦੀ ਸੂਰਤੀ ਸਾਹਮਣੇ ਉਹਨੂੰ ਪਾਪਾ ਕਹਿੰਦੀ ਆ ਕੁਝ ਵੀ, ਪਰ ਉਹਨੂੰ ਬਿਲਕੁਲ ਤਰਸ ਨਹੀਂ ਆਇਆ। ਉਹਨੂੰ ਵੀ ਖੁਦ ਪਤਾ ਵੀ ਮੇਰਾ ਬਹੁਤ ਕਰਦੀ ਸੀ। ਮੈਂ ਉਹਨੂੰ ਫੋਨ ਕਰਿਆ ਪਰਸੋਂ, ਉਹਨਾਂ ਨੇ ਨੰਬਰ ਔਨ ਕੀਤਾ ਦੀਦੀ ਆਪਣਾ। ਮੈਂ ਕਿਹਾ ਵੀ ਤੂੰ ਮੈਂ ਇਕੱਲੀ ਫਿਰਦੀ ਆ ਤੇ ਬੱਚੀ ਲੈ ਕੇ, ਮਾਂ ਤੂੰ ਆ ਜਾ। ਕਹਿੰਦਾ ਮੇਰੇ ਕੋਲ ਤਾਂ ਪੈਸੇ ਨਹੀਂ ਹੈਗੇ, ਮੈਂ ਕੀ ਕਰਾਂ? ਕਹਿੰਦਾ ਮੇਰੇ ਤੋਂ ਇਲਾਜ ਨਹੀਂ ਕਰਵਾਇਆ ਜਾਂਦਾ ਤੇਰੀ ਕੁੜੀ ਦਾ। ਜਿਵੇਂ ਮੇਰੀ ਬੱਚੀ ਨਾਲ ਕੀਤਾ ਉਹਨੇ, ਜੰਮੇ ਇਹਨੂੰ ਹੱਸਦੀ ਖੇਡਦੀ ਸੀਗੀ, ਫਿਰਦੀ ਸੀਗੀ, ਇੰਨੀ ਸਮਝਦਾਰ ਸੀਗੀ, ਮੰਜੇ ਤੇ ਪਾ ਕੇ ਰੱਖਤਾ ਸੀ। ਇਹਦੇ ਪਿੱਛੇ ਤੁਸੀਂ ਪਹਿਲਾ ਵਿਆਹ ਤੋੜਿਆ। ਜਿਹੜਾ ਪਿਓ ਅਸਲੀ ਪਿਓ ਸੀ, ਜਿਹੜਾ ਕਾਬਿਲ ਵੀ ਸੀ ਬੱਚੇ ਨੂੰ ਰੱਖਣ ਦੇ, ਉਹਨੂੰ ਛੱਡਣ ਦਾ ਕਿੰਨਾ ਕੁ ਅਫਸੋਸ ਹੈ? ਡੇਲੀ ਪੋਸਟ ਪੰਜਾਬੀ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਸੁਮਨ ਜੇਟਲੀ ਸਵਾਗਤ ਕਰਦੀ ਹਾਂ। ਮੇਰੇ ਨਾਲ ਇੱਕ ਬੇਬਸ ਤੇ ਮਜਬੂਰ ਮਾਂ ਬੈਠੀ ਹੈ ਆਪਣੀ ਗੋਦ ਦੇ ਵਿੱਚ ਆਪਣੀ ਬੱਚੀ ਨੂੰ ਲੈ ਕੇ, ਔਰ ਇਸ ਬੱਚੀ ਦੇ ਪਿਤਾ ਤੇ ਇਸ ਮਾਂ ਨੇ ਇਲਜ਼ਾਮ ਲਗਾਏ ਨੇ ਕਿ ਕੁੱਟ-ਕੁੱਟ ਕੇ ਇਸ ਬੱਚੀ ਦੀ ਰੀੜ ਦੀ ਹੱਡੀ ਤੱਕ ਤੋੜ ਦਿੱਤੀ ਗਈ ਹੈ ਪਿਤਾ ਦੇ ਵੱਲੋਂ, ਔਰ ਬੱਚੀ ਨੂੰ ਮਾਰਨ ਤੋਂ ਬਾਅਦ, ਕੁੱਟਣ ਤੋਂ ਬਾਅਦ ਪਿਤਾ ਉੱਥੋਂ ਫਰਾਰ ਹੋ ਚੁੱਕਾ ਹੈ। ਪੂਰਾ ਮਾਮਲਾ ਜਾਣ ਲੈਂਦੇ ਹਾਂ। ਕਿਸ ਤਰ੍ਹਾਂ ਹੋ ਸਕਦਾ ਕਿ ਪਿਤਾ ਇੰਨਾ ਬੇਦਰਦ ਹੈ? ਕਿਉਂ ਬੱਚੇ ਤੇ ਤਰਸ ਨਹੀਂ ਆਇਆ ਪਿਤਾ ਨੂੰ? ਬਹੁਤ ਸਾਰੇ ਸਵਾਲ ਤੁਹਾਡੇ ਜ਼ਿਹਨ ਦੇ ਵਿੱਚ ਵੀ ਆ ਰਹੇ ਹੋਣੇ ਨੇ, ਪਰ ਜਵਾਬ ਮਾਤਾ ਤੋਂ ਲੈ ਲੈਂਦੇ ਆ। ਨਾਮ ਕੀ ਹੈ ਜੀ ਤੁਹਾਡਾ? ਜੈਸਮੀਨ। ਕਿੱਥੇ ਦੇ ਰਹਿਣ ਵਾਲੇ ਹੋ? ਕੋਤਵਾਈ ਪਿੰਡ ਮੇਰਾ। ਸਹੁਰੇ ਮੇਰੇ ਮੋਹਲੀ ਕਲਾਂ ਸੀਗੇ ਉਹਨਾਂ ਨੇ। ਤੇ ਐਦਾਂ ਕਿਉਂ ਮਾਰਿਆ ਬੱਚੀ ਨੂੰ ਕਿ ਬੱਚੀ ਦੀ ਰੀੜ ਦੀ ਹੱਡੀ ਤੋੜ ਦਿੱਤੀ?
ਪਹਿਲਾਂ ਵੀ ਮਾਰ ਕੁੱਟ ਕਰਦੇ ਸੀਗੇ ਜੀ। ਪਹਿਲਾਂ ਮਤਲਬ ਮੈਂ ਹੁੰਦੀ ਸੀ ਕੋਲ, ਉਹਨਾਂ ਨੂੰ ਰੋਕ ਦਿੰਦੀ ਸੀਗੀ ਦੀਦੀ, ਪਰ ਉਸ 'ਚ ਮੈਂ ਹੈ ਨਹੀਂ ਸੀਗੀ। ਬੱਚੀ ਤੇ ਕਿਉਂ ਇਦਾਂ ਕੁੱਟਣ ਮਾਰਨ ਦਾ ਕੀ ਮਤਲਬ ਹੈ ਬੱਚੇ ਨੂੰ? ਪਤਾ ਹੀ ਨਹੀਂ ਕੀ ਮਤਲਬ ਸੀਗਾ ਉਹਨਾਂ ਦਾ, ਸ਼ਾਇਦ ਆਪਣੇ ਬੱਚੇ ਨਹੀਂ ਹੈਗੇ ਉਹਨਾਂ ਦੇ, ਇਸ ਕਰਕੇ। ਸਕਾ ਪਿਓ ਨਹੀਂ? ਨਹੀਂ। ਤੁਹਾਡਾ ਦੂਸਰਾ ਵਿਆਹ ਹੈ? ਹਾਂਜੀ, ਤੇ ਇਹ ਬੱਚੀ ਪਹਿਲੇ ਮੇਰੇ ਪਹਿਲੇ ਹਸਬੰਡ ਦੀ ਹੈ। ਇਹ ਕਿੱਥੋਂ ਸ਼ੁਰੂ ਹੁੰਦਾ ਹੈ? ਕੁੱਟਮਾਰ ਦਾ ਸਿਲਸਿਲਾ ਸ਼ੁਰੂ ਕਿੱਥੋਂ ਹੁੰਦਾ ਔਰ ਬੱਚੀ ਤੇ ਕਦੋਂ ਇਦਾਂ ਅਤਿਆਚਾਰ ਹੋਇਆ? ਪਹਿਲੀ ਵਾਰ ਕਦੋਂ ਹੋਇਆ? ਪਹਿਲੀ ਵਾਰ ਜੀ ਪਹਿਲਾਂ ਤੋਂ ਹੀ ਕੁੱਟਦਾ, ਮਤਲਬ ਜਦ ਤੋਂ ਮਤਲਬ ਇਹ ਗੱਲ ਹੋਈ ਆ ਉਦੋਂ ਤੋਂ ਹੀ ਮੇਰੇ ਬੱਚਿਆਂ ਨੂੰ ਕੁੱਟਦਾ ਆ ਰਿਹਾ। ਪਰ ਮੈਂ ਬੋਲਦੀ ਹੁੰਦੀ ਸੀ, ਹੁਣ ਪਿਛਲੀ ਥੋੜਾ ਜਿਹਾ ਘਟ ਗਿਆ ਸੀਗਾ ਜੀ, ਮਤਲਬ ਬੋਲਣ ਹੀ ਲੱਗ ਗਿਆ ਸੀਗਾ। ਹੁਣ ਫਿਰ ਮਤਲਬ ਮੈਂ ਚਲੀ ਗਈ, ਮੈਨੂੰ ਕੁੱਟਮਾਰ ਕੀਤੀ ਦੀਦੀ ਨਾਲ ਪਹਿਲਾਂ। ਮੈਂ ਮਲੌਦ ਹਸਪੀਟਲ ਚਲੀ ਗਈ, ਮੈਨੂੰ ਉੱਥੇ ਐਡਮਿਟ ਕੀਤਾ ਗਿਆ, ਮੈਂ ਉਹਨਾਂ 'ਤੇ ਪਰਚਾ ਕੀਤਾ ਤੇ ਉਸ ਤੋਂ ਬਾਅਦ ਇਹਨੂੰ ਮਾਰਿਆ ਜੀ। ਇਹਨੂੰ ਮਾਰ ਕੇ ਕੁੱਟ ਕੇ ਆਪਾਂ। ਤੁਸੀਂ ਕਿੱਥੇ ਸੀਗੇ? ਮੈਂ ਮਲੌਦ ਸੀਗੀ, ਮੈਂ ਘਰ ਨਹੀਂ ਸੀਗੀ। ਤੁਹਾਨੂੰ ਪਤਾ ਜੇ ਪਿਓ ਬੱਚੀ ਨੂੰ ਇਦਾਂ ਮਾਰਦਾ ਕੁੱਟਦਾ, ਫਿਰ ਬੱਚੀ ਨੂੰ ਛੱਡ ਕੇ ਕਿਉਂ ਗਏ ਤੁਸੀਂ? ਮੈਂ ਤੁਰ ਕੇ ਗਈ ਸੀ ਦੀਦੀ, ਮੇਰੇ ਕੋਲ ਮਤਲਬ ਕੋਈ ਸਾਧਨ, ਕੋਈ ਪੈਸਾ, ਮੈਨੂੰ ਕਦੇ ਕੋਈ ਪੈਸਾ ਵੀ ਨਹੀਂ ਫੜਾਇਆ, ਮੇਰੇ ਕੋਲ ਕੁਝ ਵੀ ਨਹੀਂ ਸੀ। ਮੈਨੂੰ ਇੰਨਾ ਕੁੱਟਿਆ ਹੋਇਆ ਸੀ ਵੀ ਇਹ ਚੱਲਦੀ ਨਹੀਂ ਹੁੰਦੀ, ਇਹਨੂੰ ਜ਼ਿਆਦਾ ਗੋਦੀ 'ਚ ਮੈਂ ਥੋੜਾ ਤੁਰ ਕੇ ਗੋਦੀ, ਮੈਨੂੰ ਐ ਸੀਗਾ ਵੀ ਮੈਂ ਮੁੜ ਆਊਂਗੀ। ਪਰ ਉਸ ਦਿਨ ਸੰਡੇ ਸੀਗਾ ਤੇ ਮੈਨੂੰ ਡਾਕਟਰ ਕਹਿੰਦੇ ਵੀ ਤੁਸੀਂ ਇੱਥੇ ਹੀ ਰਹਿਣਾ ਪਊਗਾ ਤੁਹਾਨੂੰ, ਮੈਨੂੰ ਨਹੀਂ ਜਾ ਸਕੀ ਉੱਥੇ। ਮੈਂ ਉਹਨੂੰ ਫੋਨ ਕੀਤਾ 9 ਵਜੇ, ਮੈਂ ਕਿਹਾ ਕੁੜੀਆਂ ਵੀ ਕਿੱਥੇ ਨੇ, ਕਿਵੇਂ ਨੇ? ਕਹਿੰਦਾ ਠੀਕ ਆ, ਪਈਆਂ ਨੇਗੀਆਂ। ਪਰ ਸਵੇਰੇ ਮੈਨੂੰ ਗੁਆਂਢੀਆਂ ਨੇ ਦੱਸਿਆ, ਮੈਂ ਉਹਨਾਂ ਨੂੰ ਫੋਨ ਫੇਰ ਕਰਕੇ ਪੁੱਛਿਆ, ਮੈਂ ਮੇਰੀ ਕੁੜੀਆਂ ਕਿਵੇਂ ਨੇ? ਉਹ ਕਹਿੰਦੇ ਤੇਰੀ ਕੁੜੀ ਤੋਂ ਨਾ ਉੱਠਿਆ ਜਾਂਦਾ, ਨਾ ਤੇਰੀ ਕੁੜੀ ਤੋਂ ਬੈਠਿਆ ਜਾਂਦਾ, ਵੀ ਬਸ ਤੇਰੀ ਕੁੜੀ ਕਹਿੰਦੇ ਐ ਪਈ ਆ ਵੀ ਜਿਵੇਂ ਮਤਲਬ ਕਿ ਉਹਦੀ ਲੱਤਾਂ ਟੁੱਟ ਗਈਆਂ ਹੁੰਦੀਆਂ। ਉਹਨਾਂ ਨੂੰ ਪਤਾ ਆ ਇਹਦੀਆਂ ਲੱਤਾਂ ਕੁਝ ਵੀ ਮੂਵ ਨਹੀਂ ਕਰਦੀਆਂ ਹੈਗੀਆਂ, ਇਹਦੀਆਂ ਪੈਰਾਲਾਈਸ, ਮਤਲਬ ਇਹ ਨੀਚਲੇ ਹਿੱਸੇ ਨੂੰ ਕੁਝ ਵੀ ਪਤਾ ਨਹੀਂ ਲੱਗਦਾ ਹੈਗਾ। ਬਾਥਰੂਮ ਵਗੈਰਾ ਦਾ ਪਤਾ ਲੱਗਦਾ ਹੈ? ਨਹੀਂ, ਬਾਥਰੂਮ ਇਹਨਾਂ ਨੇ ਹਾਂ ਪਾਈ ਆ ਦੀਦੀ। ਪਹਿਲਾਂ ਨੂੰ ਬਾਥਰੂਮ ਚੇਡੇ ਦਾ ਇੱਥੇ ਆ ਜਾਂਦਾ ਸੀ, ਕਹਿੰਦੇ ਬਾਥਰੂਮ ਵੀ ਨਹੀਂ ਕੀਤਾ ਸੀ। ਅੱਜ ਵੀ 6-7 ਦਿਨ ਹੋ ਗਏ ਇਹ ਟਾਇਲਟ ਨਹੀਂ ਗਈ ਹੈਗੀ। ਇਹ 6-7 ਦਿਨ ਪੁਰਾਣੀ ਗੱਲ ਹੈ? ਹਾਂਜੀ, ਇਹਨੂੰ ਮਤਲਬ ਕਿ 27 ਤਰੀਕ ਨੂੰ ਰਾਤ ਨੂੰ ਕੁੱਟਿਆ ਗਿਆ ਜੀ। 28 ਤਰੀਕ ਨੂੰ ਅਸੀਂ ਇੱਥੇ ਆ ਗਏ ਸੀਗੇ। ਔਰ ਤੁਸੀਂ ਬੱਚੀ ਨੂੰ ਛੱਡ ਕੇ ਤਾਂ ਗਏ ਹੋ ਕਿ ਤੁਹਾਨੂੰ ਸੱਟਾਂ ਲੱਗੀਆਂ ਹੋਈਆਂ ਸੀ, ਇਲਾਜ ਕਰਵਾਉਣ ਗਏ ਸੀ? ਹਾਂਜੀ, ਤਾਂ ਮਜਬੂਰਨ ਬੱਚੀ ਨੂੰ ਘਰ ਛੱਡ ਕੇ ਜਾਣਾ ਪਿਆ? ਸੇਮ ਮਜਬੂਰਨ ਛੱਡ ਕੇ ਜਾਣਾ ਪਿਆ। ਮੈਂ ਵੀ ਬਹੁਤ ਪਛਤਾ ਰਹੀ ਹਾਂ ਮੈਂ ਕਿਉਂ ਛੱਡ ਕੇ ਗਈ। ਜਿੱਥੇ ਤੁਹਾਡਾ ਹੁਣ ਵਿਆਹ ਹੋਇਆ, ਤੁਸੀਂ ਕਹਿ ਰਹੇ ਹੋ ਮੇਰਾ ਦੂਜਾ ਵਿਆਹ ਹੈ, ਤਾਂ ਕੀ ਸੋਚ ਕੇ ਇੱਥੇ ਵਿਆਹ ਕਰਵਾਇਆ ਕਿ ਮਾਪਿਆਂ ਨੇ ਜ਼ਬਰਦਸਤੀ ਕਰਵਾਇਆ, ਆਪਣੀ ਮਰਜ਼ੀ ਦੇ ਨਾਲ ਕਰਵਾਇਆ? ਮੈਂ ਆਪਣੀ ਮਰਜ਼ੀ ਦੇ ਨਾਲ ਹੀ ਕਰਵਾਇਆ ਸੀਗਾ ਜੀ। ਬਸ ਕੁਛ ਮੈਨੇ ਇੰਨਾ ਜ਼ਿਆਦਾ ਮਤਲਬ ਕਿ ਮੈਨੂੰ ਕਹਿੰਦਾ ਸੀਗਾ, ਮਤਲਬ ਦਵਾਈ ਦਵੂਈ ਪੀ ਲਈ ਸੀਗੀ ਜੀ। ਮਤਲਬ ਕੁਛ ਮੇਰੇ ਘਰ ਦੇ ਉੱਧਰ ਮੇਰੇ ਸੱਸ ਸਹੁਰਾ ਮੇਰੇ ਨਾਲ ਲੜਦੇ ਰਹਿੰਦੇ ਸੀ, ਦਿਮਾਗ ਬਸ ਮੈਨੂੰ ਕੁਛ ਸਮਝ ਹੀ ਨਹੀਂ ਆਇਆ, ਮੇਰੇ ਤੋਂ ਗਲਤੀ ਹੋ ਗਈ, ਮੈਂ ਆਪਣੀ ਮਰਜ਼ੀ ਨਾਲ ਹੀ ਕਰਵਾਇਆ ਸੀਗਾ। ਪਹਿਲਾ ਵਿਆਹ ਕਿਉਂ ਟੁੱਟਿਆ? ਪਹਿਲਾ ਵਿਆਹ ਬਸ ਇਹ ਮੇਰੇ ਮਤਲਬ ਕਿ ਮੈਂ ਖੁਦ ਹੀ ਛੱਡਤਾ ਸੀਗਾ। ਬੱਚੀ ਉਦੋਂ ਦੀ ਬੇਹੋਸ਼ ਪਈ ਹੈ? ਹਾਂਜੀ, ਇਹ ਮਤਲਬ ਕਿ ਜੇ ਉੱਠਦੀ ਇਹਦੇ ਪੇਨ ਹੁੰਦਾ ਜੀ, ਗਰਦਨ ਸਿੱਧੀ ਕਰਨਾ, ਫਿਰ ਢੂਹੀ ਰੀੜ੍ਹ ਦੀ ਹੱਡੀ 'ਚ ਇਹਦੇ ਦਰਦ ਹੋਣ ਲੱਗ ਜਾਂਦਾ ਜੀ। ਤੁਹਾਡਾ ਪਰਿਵਾਰ ਤੁਹਾਡਾ ਸਾਥ ਦੇ ਰਿਹਾ? ਸਹੁਰਾ ਪਰਿਵਾਰ, ਪੇਕਾ ਪਰਿਵਾਰ? ਸਹੁਰਾ ਪਰਿਵਾਰ ਨਹੀਂ ਦੇ ਰਿਹਾ ਜੀ। ਉਹ ਕੀ ਕਹਿ ਰਹੇ ਕਿ ਠੀਕ ਕੀਤਾ ਉਹਨੇ ਬੱਚੀ ਨੂੰ ਕੁੱਟ ਕੇ? ਮੈਂ ਫੋਨ ਕੀਤਾ, ਕਹਿੰਦੇ ਸਾਡਾ ਕੋਈ ਲੈਣਾ ਦੇਣਾ ਨਹੀਂ ਹੈਗਾ ਇਹ 'ਚ, ਕਹਿੰਦੇ ਸਾਨੂੰ ਨਹੀਂ ਪਤਾ ਹੈਗਾ, ਬਲਕਿ ਹੈਗਾ ਉਹਨਾਂ ਕੋਲ ਹੀ, ਕਿਉਂਕਿ ਜੇ ਮੈਂ ਫੋਨ ਤੇ ਉਹਨਾਂ ਨੂੰ ਗੱਲਾਂ ਕਰੀਆਂ ਉਹ ਉਹਨਾਂ ਕੋਲ ਕਿਵੇਂ ਪਹੁੰਚੀ ਆ ਮੈਨੂੰ ਦੱਸਿਆ ਸੀਗਾ। ਮੈਂ ਉਹਨੂੰ ਫੋਨ ਕਰਿਆ ਪਰਸੋਂ, ਉਹਨਾਂ ਨੇ ਨੰਬਰ ਔਨ ਕੀਤਾ ਦੀਦੀ ਆਪਣਾ। ਮੈਂ ਕਿਹਾ ਵੀ ਤੂੰ ਮੈਂ ਇਕੱਲੀ ਫਿਰਦੀ ਆ ਤੇ ਬੱਚੀ ਲੈ ਕੇ, ਮੈਂ ਤੂੰ ਆ ਜਾ। ਕਹਿੰਦਾ ਮੇਰੇ ਕੋਲ ਤਾਂ ਪੈਸੇ ਨਹੀਂ ਹੈਗੇ, ਮੈਂ ਕੀ ਕਰਾਂ? ਕਹਿੰਦਾ ਮੇਰੇ ਤੋਂ ਇਲਾਜ ਨਹੀਂ ਕਰਵਾਇਆ ਜਾਂਦਾ ਤੇਰੀ ਕੁੜੀ ਦਾ। ਮੈਂ ਕਿਹਾ ਤੂੰ ਇਲਾਜ ਨਾ ਕਰਵਾ, ਮੈਂ ਅਨਮੋਲ ਵੀਰ ਨਾਲ ਗੱਲ ਕਰੂੰਗੀ। ਕਹਿੰਦਾ ਅਨਮੋਲ ਨਾਲ ਤੂੰ ਪਹਿਲਾਂ ਵੀ ਗੱਲ ਕਰੀਏ। ਇਹ ਗੱਲ ਮੈਂ ਉਹਦੀ ਮੰਮੀ ਨੂੰ ਦੱਸੀ ਸੀਗੀ, ਜੇ ਉਹਦੀ ਮੰਮੀ ਨੂੰ ਮੈਂ ਦੱਸੀ ਤਾਂ ਉਹਨਾਂ ਨੇ ਦੱਸੀ, ਉਹਨਾਂ ਨੂੰ ਵੀ ਉਹਨਾਂ ਕੋਲ ਹੀ ਆ। ਉਹਨਾਂ ਨੇ ਉਸ ਤੋਂ ਬਾਅਦ ਫੋਨ ਹੀ ਬੰਦ ਕਰ ਲਿਆ। ਤੁਹਾਨੂੰ ਉਹਨਾਂ ਨੇ ਇਹ ਕਹਿਤਾ ਕਿ ਫਰਾਰ ਹੈ? ਹਾਂਜੀ, ਕਹਿੰਦੇ ਸਾਨੂੰ ਨਹੀਂ ਪਤਾ, ਕਹਿੰਦੇ ਫਰਾਰ ਹੀ, ਸਾਨੂੰ ਨਹੀਂ ਪਤਾ ਕਹਿੰਦੇ ਕਿੱਥੇ ਕੋਈ ਗਿਆ। ਨਸ਼ਾ ਪੱਤਾ ਕਰਦਾ, ਉਹ ਨਸ਼ੇ ਦੀ ਹਾਲਤ ਦੇ ਵਿੱਚ ਕੁੱਟਮਾਰ ਕਰਦਾ ਹੈ ਜਾਂ ਹਾਂਜੀ, ਮੈਡੀਕਲ ਨਸ਼ਾ ਕਰਦਾ ਜੀ, ਕੈਪਸੂਲ ਵਗੈਰਾ ਬਾਹਰ ਖਾਂਦਾ ਹੋਇਆ। ਪਹਿਲਾਂ ਨਹੀਂ ਪਤਾ ਸੀ ਤੁਹਾਨੂੰ? ਪਹਿਲਾਂ ਪਤਾ ਸੀਗਾ ਜੀ, ਪਹਿਲਾਂ ਨੇ ਛੱਡਤਾ ਸੀ, ਕਹਿੰਦਾ ਪਹਿਲਾਂ ਚਿੱਟਾ ਚੁੱਟਾ ਵੀ ਮਾੜਾ ਮੋਟਾ ਲਾਉਂਦਾ ਹੁੰਦਾ ਸੀਗਾ, ਪਰ ਛੱਡਤਾ ਸੀਗਾ ਇਹਨੇ। ਤੁਹਾਨੂੰ ਪਛਤਾਵਾ ਹੋ ਰਿਹਾ ਆਪਣੇ ਇਸ ਡਿਸੀਜਨ ਤੇ, ਆਪਣੇ ਇਸ ਫੈਸਲੇ ਤੇ? ਆਪਣੇ ਬੱਚਿਆਂ ਦੀ ਜ਼ਿੰਦਗੀ ਨਰਕ ਬਣਾਤੀ ਹੈ ਸ਼ਾਇਦ ਤੁਸੀਂ। ਬਹੁਤ ਪਛਤਾਵਾ ਹੋ ਰਿਹਾ ਹੈ। ਹੁਣ ਕਿੱਥੇ ਜਾ ਰਹੇ ਹੋ? ਹੁਣ ਅਸੀਂ ਬਠਿੰਡੇ ਜਾ ਰਹੇ ਸੀ ਹਸਪੀਟਲ 'ਚ। ਤੁਸੀਂ ਲੁਧਿਆਣਾ ਸਿਵਲ ਹਸਪੀਟਲ ਤੋਂ ਆਏ ਹੋ? ਹਾਂਜੀ, ਕੀ ਕਿਹਾ ਉਹਨਾਂ ਨੇ? ਉਹਨਾਂ ਨੇ ਕਿਹਾ ਵੀ ਇਹਨੂੰ ਰੈਫਰ ਕਰਨਾ ਪਊਗਾ, ਉਹ ਤਾਂ ਚੰਡੀਗੜ੍ਹ ਪੀਜੀ ਕਰਦੇ ਸੀਗੇ ਤੇ ਫਿਰ ਬੀਜੀ ਕਹਿੰਦੇ ਅਨਮੋਲ, ਤੇ ਉਹਨਾਂ ਨੇ ਚੱਕਿਆ ਖਰਚਾ ਸਾਰਾ ਇਹਨਾਂ ਦੇ। ਉਹ ਕਹਿੰਦੇ ਬਠਿੰਡੇ ਵੀ ਸਾਰਾ ਇਲਾਜ ਕਰਵਾਵਾਂਗੇ ਅਸੀਂ, ਸ਼ਾਇਦ ਆਪਰੇਸ਼ਨ ਹੋਊਗਾ ਰੀੜ੍ਹ ਦੀ ਹੱਡੀ ਦਾ। ਬੱਚੀ ਦਾ ਰੀੜ੍ਹ ਦੀ ਹੱਡੀ ਤੋਂ ਲੈ ਕੇ ਪੈਰਾਂ ਤੱਕ ਸਾਰਾ ਪਾਸਾ ਖੜ ਚੁੱਕਾ ਹੈ? ਹਾਂਜੀ। ਬੱਚੀ ਕਿੰਨੀ ਤਕਲੀਫ ਦੇ ਵਿੱਚ ਹੈ? ਤੁਸੀਂ ਸ਼ਾਇਦ ਬਿਨਾਂ ਸੋਚੇ ਸਮਝੇ ਦੂਸਰੇ ਵਿਆਹ ਦਾ ਫੈਸਲਾ ਲਿਆ। ਪਹਿਲਾ ਵਿਆਹ ਜਿਹੜਾ ਤੁਹਾਡਾ ਸੀਗਾ, ਸਹੀ ਚੱਲ ਰਿਹਾ ਸੀ ਸਾਰਾ ਕੁਝ? ਹਾਂਜੀ, ਸਹੀ ਸੀ ਜੀ। ਹਸਬੈਂਡ ਵਾਈਫ ਦੀ ਲੜਾਈ ਤਾਂ ਉੱਦਾਂ ਹੁੰਦੀ ਰਹਿੰਦੀ ਹੈ, ਪਰ ਉਹਨਾਂ ਨੇ ਆਪਣੇ ਬੱਚਿਆਂ ਨੂੰ ਕਦੇ ਕੁਝ ਨਹੀਂ ਕਿਹਾ ਸੀਗਾ। ਸ਼ਾਇਦ ਜਿਵੇਂ ਮਤਲਬ ਇਹਨਾਂ ਨੇ ਮੇਰੇ ਬੱਚਿਆਂ ਨੂੰ ਕੀਤਾ, ਮੇਰੇ ਬੱਚਿਆਂ ਦਾ ਹਾਲ ਕਰਤਾ, ਉਹਨਾਂ ਨੇ ਤਾਂ ਆਪਣੇ ਬੱਚੇ ਤੇ ਕਦੇ ਹੱਥ ਤੱਕ ਵੀ ਨਹੀਂ ਚੱਕਿਆ ਸੀਗਾ ਜੀ। ਅਫਸੋਸ ਹੋ ਰਿਹਾ ਹੁਣ? ਬਹੁਤ ਹੁੰਦਾ ਹੈ। 2 ਕੁੜੀਆਂ ਨੇ ਤੁਹਾਡੇ? ਮੇਰੇ 4 ਬੇਟੇ ਸੀਗੇ, 2 ਮੇਰੇ ਹਸਬੈਂਡ ਕੋਲ, ਉਹਨਾਂ ਨੇ ਮੇਰੇ ਨਾਲ ਫੈਸਲਾ ਥਾਣੇ ਮਤਲਬ ਆਏ ਸੀਗੇ ਸੰਦੌੜ। 2 ਬੇਟੀਆਂ ਉਹਨਾਂ ਨੇ ਰੱਖ ਲਈਆਂ ਸੀਗੀਆਂ, 2 ਮੈਨੂੰ ਦੇ ਦਿੱਤੀਆਂ ਸੀਗੀਆਂ ਜੀ ਛੋਟੀਆਂ।
ਦੋਵੇਂ ਬੱਚੀਆਂ ਨੂੰ ਮਾਰਦਾ ਉਹ ਤੁਹਾਡਾ ਘਰ ਵਾਲਾ, ਜਿਹੜਾ ਦੂਜਾ ਘਰ ਵਾਲਾ? ਹਾਂਜੀ ਮਾਰਦਾ, ਪਰ ਇਹ ਡਰ ਜਾਂਦੀ ਆ, ਉਹ ਬੋਲਦੀ ਨਹੀਂ ਹੈਗੀ। ਉਹ ਥੋੜੀ ਸਮਝਦਾਰ ਹੋ ਗਈ ਹੁਣ। ਉਹਨੂੰ ਜਿਵੇਂ ਕਹਿੰਦਾ, ਜੇ ਮੈਨੂੰ ਕੁੱਟਮਾਰ ਕਰਦਾ ਉੱਥੇ ਹੀ ਖੜ ਜਾਂਦੀ ਹੈਗੀ। ਉਹ ਜਿਵੇਂ ਉਹਨੂੰ ਕਹਿੰਦੇ ਪੁੱਤ ਕਿਸੇ ਨੂੰ ਬਾਹਰੋਂ ਬੁਲਾ ਲਿਆ, ਜੇ ਉਹਨੂੰ ਕਹੂਗਾ ਨਹੀਂ ਤੂੰ ਇੱਥੇ ਖੜੀ ਰਹਿ ਤਾਂ ਉੱਥੇ ਹੀ ਖੜੀ ਰਹੂਗੀ। ਇਹ ਮਤਲਬ ਕਿ ਰੋਣ ਲੱਗ ਜਾਂਦੀ ਹੈ, ਜੇ ਡਰਦੀ ਮਾਰੀ ਜੇ ਰੋਂਦੀ ਹੈ ਤਾਂ ਫਿਰ ਇਹਨੂੰ ਕੁੱਟਮਾਰ ਕਰ। ਕਿੰਨੀ ਉਮਰ ਹੈ ਇਹਦੀ? ਇਹ 2.5 ਸਾਲ ਦੀ ਹੁਣ ਦੀਦੀ 2.5 ਸਾਲ ਦੀ ਹੋਈ ਹੈ ਇਹ। ਮਤਲਬ ਸਾਲ ਹੋ ਗਿਆ ਸਾਡੀ ਮਤਲਬ ਕਿ ਮੈਰਿਜ ਨੂੰ। ਇਹ 2 ਸਾਲ 5 ਮਹੀਨਿਆਂ ਦੀ ਹੋਈ ਹੈ। ਇਹ ਛੋਟੀ ਜਿਹੀ ਸੀਗੀ, ਮਤਲਬ ਉਹਨੂੰ ਹੀ ਆਪਣਾ ਪਾਪਾ ਸਮਝਦੀ ਹੈ, ਸਭ ਕੁਝ ਬਹੁਤ ਜ਼ਿਆਦਾ ਕਰਦੀ ਦੀਦੀ ਉਹਦਾ। ਮਤਲਬ ਇਹਨੂੰ ਪੁੱਛਣਾ ਵੀ ਤੂੰ ਪੁੱਤ ਕਿਹਦਾ ਵਾ? ਪਾਪਾ ਦਾ। ਕਿੰਨੇ ਮਹੀਨੇ ਹੋ ਗਏ ਤੁਹਾਨੂੰ ਇੱਥੇ ਆਏ ਨੂੰ ਵਿਆਹ ਕੇ? ਸਾਲ ਹੋਏ ਨੇ ਜੀ। ਇਹ ਅਕਤੂਬਰ 1.5 ਸਾਲ ਦੀ ਸੀ ਜਦੋਂ ਆਏ ਹੋ? ਹਾਂਜੀ ਇਹਨੇ ਤਾਂ ਉਹਨੂੰ ਹੀ ਦੇਖਿਆ ਜਦੋਂ ਇਹਨੂੰ ਥੋੜੀ ਉਹਨੂੰ ਬਹੁਤ ਸਮਝ ਦੇਖਿਆ, ਆਈ ਹੈ। ਹਾਂਜੀ ਉਹਦੇ ਮੂਹਰੇ ਸੁਰਤ ਮੂੰਹ ਮਾੜੀ ਮੋਟੀ ਵੀ ਸੰਭਲੀ ਹੈ, ਬਹੁਤ ਕਰਦੀ ਸੀ ਉਹਦਾ ਹੀ। ਜਿਹਨੂੰ ਪੁੱਛਣਾ ਵੀ ਤੂੰ ਪੁੱਤ ਕਿਹਦਾ? ਪਾਪਾ ਦਾ, ਬਸ ਪਾਪਾ ਦਾ। ਹੁਣ ਵੀ ਮਮਾ ਪਾਪਾ, ਮਮਾ ਬੱਬੂ, ਪਰ ਉਸ ਨੂੰ ਬਿਲਕੁਲ ਤਰਸ ਨਹੀਂ ਆਇਆ ਤੇ ਉਹ ਇੱਕ ਵਾਰ ਵੀ ਮਿਲਣ ਨਹੀਂ ਆਇਆ ਆਪਣੀ ਬੱਚੀ ਨੂੰ? ਨਹੀਂ ਕੀ ਕਹਿੰਦਾ, ਮੈਂ ਆਣਾ ਹੀ ਨਹੀਂ ਹੈ? ਨਹੀਂ ਕਹਿੰਦਾ ਮੈਂ ਆਣਾ ਨਹੀਂਗਾ। ਉਹ ਇਹ ਗੱਲ ਮੰਨਦਾ ਕਿ ਉਹਨੇ ਕੁੱਟਿਆ? ਇਹ ਵੀ ਨਹੀਂ ਮੰਨ ਰਿਹਾ, ਬਸ ਇਹ ਗੱਲ ਮੇਰੀ ਉਲਝਾਈ ਜਾ ਰਹੀ। ਮੈਂ ਕਿਹਾ ਤੂੰ ਕੁੜੀ ਨੂੰ ਕੁੱਟਿਆ ਸੀ ਵੀ, ਤੂੰ ਆ ਕਿਉਂ ਨਹੀਂ ਰਿਹਾ ਦੀਦੀ? ਕਹਿੰਦਾ ਮੈਂ ਨਹੀਂ ਆਉਣਾ, ਬਸ ਕਹਿੰਦਾ ਤੂੰ ਕਿਹੜਾ ਸਹੀ ਕੀਤਾ ਸੀ? ਕਹਿੰਦਾ ਤੂੰ ਕੁੜੀਆਂ ਨੂੰ ਘਰੇ ਕਿਉਂ ਛੱਡ ਕੇ ਗਈ ਸੀ? ਮਾਂ ਜੀ ਤੂੰ ਮੈਨੂੰ ਕੁੱਟਿਆ ਸੀਗਾ, ਮੈਂ ਤੈਨੂੰ ਕੁੜੀਆਂ ਨੂੰ ਘਰੇ ਮਤਲਬ ਛੱਡ ਕੇ, ਮੈਂ ਤਾਂ ਉੱਥੇ ਹਸਪੀਟਲ ਮੈਂ ਗਈ ਸੀਗੀ ਤੇ ਬਸ ਕਹਿੰਦਾ ਮੈਂ ਤੈਨੂੰ ਰੱਖਣਾ ਨਹੀਂ ਹੈਗਾ, ਮੈਂ ਤੇਰੇ ਨਾਲ ਨਿਬੇੜਾ ਕਰਨਾ। ਮੈਂ ਕਿਹਾ ਠੀਕ ਆ, ਵੀ ਨਿਬੇੜਾ ਕਰਨਾ ਵੀ ਨਿਬੇੜਾ ਕਿਸ ਗੱਲ ਨਾਲ ਹੀ ਹੋਊਗਾ ਹੁਣ, ਵੀ ਨਹੀਂ ਰੱਖਣਾ ਵੀ ਉਹ ਵੀ ਗੱਲ ਠੀਕ ਆ, ਵੀ ਨਾ ਰੱਖੀ। ਮੈਂ ਕਿਹਾ ਪਰ ਮੈਨੂੰ ਮੇਰੀ ਕੁੜੀ ਸਹੀ ਚਾਹੀਦੀ ਹੈ। ਪਰ ਉਹਨੇ ਹੱਥ ਖੜੇ ਕਰ। ਹਾਂਜੀ ਕਹਿੰਦਾ, ਮੈਂ ਕਿਹਾ ਤੂੰ ਮੇਰੀ ਕੁੜੀ ਦਾ ਇਲਾਜ ਕਰਵਾ ਕੇ। ਕਹਿੰਦਾ ਮੇਰੇ ਕੋਲ ਕੁਝ ਵੀ ਨਹੀਂ ਹੈਗਾ, ਕਹਿੰਦਾ ਮੈਂ ਇਲਾਜ ਨਹੀਂ ਕਰਵਾਉਣਾ ਹੈਗਾ, ਇਸ ਦਾ ਫੋਨ ਹੀ ਬੰਦ ਕਰ ਲਿਆ। ਉਸ ਤੋਂ ਬਾਅਦ ਫੇਰ ਹੀ ਆਪਣਾ ਕੋਈ ਗੱਲ ਨਹੀਂ ਹੋਈ ਹੈਗੀ ਉਹਦੇ ਨਾਲ। ਕਿਸੇ ਓਪਰੇ ਬੱਚੇ ਨੂੰ ਮਾਰਨ ਵੇਲੇ ਵੀ ਬੰਦਾ 10 ਵਾਰ ਸੋਚਦਾ ਹੈ ਕਿ ਇਹਦੇ ਸੱਟ ਨਾ ਲੱਗ ਜਾਏ। ਬਹੁਤ ਛੋਟਾ ਹੈ, ਬਹੁਤ ਪਿਆਰਾ ਜਿਹਾ ਬੱਚਾ ਹੈ, ਫੁੱਲਾਂ ਵਰਗੇ ਰੱਖੀਦਾ ਬੱਚਿਆਂ ਨੂੰ, ਫੁੱਲਾਂ ਵਾਂਗ ਪਾਲੀਦਾ ਹੈ। ਔਰ ਆਪਣੀ ਧੀ ਜਿਹੜੀ ਪਾਪਾ ਪਾਪਾ ਕਹਿੰਦੀ ਸੀ, ਉਹਨੂੰ ਧੀ ਹੀ ਸੀਗੀ ਉਹਦੀ, ਜੇ ਤੁਸੀਂ ਉਹਨਾਂ ਨਾਲ ਵਿਆਹ ਕਰਵਾ ਲਿਆ ਤਾਂ। ਹਾਂਜੀ ਇਹਦੇ ਤੋਂ ਨਾਲੋਂ ਸੁਰਤੀ, ਮਤਲਬ ਇਹਨੂੰ ਨਹੀਂ ਪਤਾ ਹੈਗਾ ਵੀ ਮੇਰੇ ਪਾਪਾ ਹੋਰ ਆ। ਹਜੇ ਮੇਰੀ ਬੜੀ ਬੇਟੀ ਨੂੰ ਪਤਾ ਹੋਊਗਾ ਵੀ ਮੇਰੇ ਪਾਪਾ ਹੋਰ ਆ, ਪਰ ਇਹਨੂੰ ਨਹੀਂ ਪਤਾ ਹੈਗਾ ਕਿਉਂਕਿ ਇਹਦੀ ਸੁਰਤੀ ਸਾਂਭਲੀ ਉਹਨੂੰ ਹੀ ਪਾਪਾ ਕਹਿੰਦੀ ਆ। ਵੀ ਪਰ ਉਹਨੂੰ ਬਿਲਕੁਲ ਤਰਸ ਨਹੀਂ ਆਇਆ। ਉਹਨੂੰ ਵੀ ਖੁਦ ਪਤਾ ਵੀ ਮੇਰਾ ਬਹੁਤ ਕਰਦੀ ਸੀ। ਉਹਨੂੰ ਦੇਖੋ 1 ਮਿੰਟ 'ਚ ਮਾਰ ਕੇ ਛੁੱਟੀ ਗਿਆ, ਨਾ ਇਹਨੂੰ ਚੱਕਿਆ ਨਾ ਇਹਨੂੰ ਦਵਾਈ ਨਾ ਕੁਝ ਹੋਰ, ਬਸ ਆਪਣਾ ਬੈਗ, ਉਹਨੂੰ ਆਪਣਾ ਬੈਗ ਚੱਕਿਆ, ਆਪਣੀ ਆਈਡੀ ਪ੍ਰੂਫ ਚੱਕੇ ਤੇ ਭੱਜ ਗਏ ਨੂੰ ਛੱਡ ਕੇ। ਜੇ ਨਾ ਦੱਸ ਦਿਓ ਤੁਹਾਡੀ ਗੁਆਂਢੀ ਦੀ ਬਾਈ ਚਾਂਸ ਮੈਨੂੰ ਹਸਪੀਟਲ ਫਿਰ ਵੀ ਨਹੀਂ ਆ ਰਹੇ, ਨਹੀਂ ਜਾਂਦੇ, ਪਤਾ ਨਹੀਂ ਕੁੜੀ ਦਾ ਕੀ ਹਾਲ ਹੋਣਾ ਸੀਗਾ ਉੱਥੇ। ਜੇ ਕੋਈ ਨਾ ਦੱਸਦਾ ਇਹਨੂੰ ਨਾ ਲੈ ਕੇ ਆਉਂਦੇ ਚੱਕ ਕੇ, ਜੋ ਚੱਕ ਕੇ ਲੈ ਕੇ ਬਹੁਤ ਬੁਰਾ ਹਾਲ, ਬਿਲਕੁਲ ਏਦਾਂ ਆਕੜੀ ਪਈ ਸੀਗੀ। ਅੱਜ ਏਦਾਂ ਲੱਗ ਰਿਹਾ ਕਿ ਆਪਣੇ ਅਸਲੀ ਪਿਓ ਕੋਲ ਹੁੰਦੀ ਤਾਂ ਇਹ ਹਾਲ ਨਹੀਂ ਸੀ ਹੋਣਾ, ਉਹਨੇ ਫੁੱਲਾਂ ਵਾਂਗ ਪਾਲਣਾ ਸੀ। ਬਿਲਕੁਲ ਵੀ ਨਹੀਂ ਹੋਣਾ ਸੀ। ਉਹਨੂੰ ਤਾਂ ਮਤਲਬ ਕਿ ਆਪਣੀ ਬੇਟੀ ਦੇ ਕਦੇ ਹੱਥ ਵੀ ਨਹੀਂ ਚੱਕਿਆ। ਹਜੇ ਮੈਂ ਮਤਲਬ ਘੂਰ ਦਿੰਦੇ ਸੀ ਬੱਚਿਆਂ ਨੂੰ ਕਦੇ, ਪਰ ਉਹਨੇ ਆਪਣੇ ਬੱਚਿਆਂ ਨੂੰ ਕਦੇ ਘੂਰਿਆ ਵੀ ਨਹੀਂ। ਸ਼ਾਇਦ ਇਹਨਾਂ ਨੇ ਐਕਸੈਪਟ ਹੀ ਨਹੀਂ ਕੀਤਾ ਹੈਗਾ ਜੀ ਕਦੇ ਇਹਨਾਂ ਨੂੰ। ਜਿਹੜਾ ਪਿਓ ਅਸਲੀ ਪਿਓ ਸੀ, ਜਿਹੜਾ ਕਾਬਿਲ ਵੀ ਸੀ ਬੱਚੇ ਨੂੰ ਰੱਖਣ ਦੇ, ਉਹਨੂੰ ਛੱਡਣ ਦਾ ਕਿੰਨਾ ਕੁ ਅਫਸੋਸ ਹੈ? ਹੈਗਾ ਅਫਸੋਸ ਦੀ ਬਹੁਤ। ਮੈਨੂੰ ਜਦੋਂ ਮੈਂ ਘਰੋਂ ਮਤਲਬ ਕਿ ਆਈ ਸੀ, ਮੈਂ ਮਹੀਨਾ ਘਰੋਂ ਆ ਕੇ ਇਕੱਲੀ ਰਹਿ ਰਹੀ ਸੀਗੀ ਤੇ ਮੈਂ ਆਪਣੇ ਹਸਬੈਂਡ ਨੂੰ ਕਿਹਾ ਵੀ ਸੀਗਾ। ਕੱਲ੍ਹ ਤੀ ਤਾਂ ਮੈਨੂੰ ਅਹਿਸਾਸ ਹੀ ਉਹਦੀ ਹੋ ਗਿਆ ਸੀ, ਮੈਂ ਘਰੇ ਜਾਣਾ ਵਾ, ਪਰ ਉਹ ਕਹਿੰਦੇ ਵੀ ਨਹੀਂ, ਮੈਨੂੰ ਲੈ ਕੇ ਨਹੀਂ ਗਏ ਸੀਗੇ। ਉਹਨਾਂ ਨੇ ਮੈਨੂੰ ਥਾਣੇ 'ਚ ਮਤਲਬ ਕਰ ਲਿਆ ਸੀਗਾ। 2 ਬੇਟੇ ਮੈਨੂੰ ਦੇ ਦਿੱਤੀਆਂ ਸੀਗੇ ਤੇ 2 ਬੇਟੇ ਉਹਨਾਂ ਨੇ ਆਪ ਰੱਖ ਲਏ ਸੀ। ਵੱਡੀ ਬੇਟੀ ਪੁੱਛਦੀ ਹੁੰਦੀ ਹੈ ਫਾਦਰ, ਅਸਲੀ ਫਾਦਰ ਬਾਰੇ? ਉਹਨੂੰ ਪਤਾ ਹੈ, ਉਹਨੂੰ ਪਤਾ ਕਿ ਆਪਣੇ ਫਾਦਰ ਦਾ, ਭੈਣਾਂ ਦਾ, ਉਹਨੂੰ ਪਤਾ ਸਾਰਿਆਂ ਦਾ। ਉਹ ਆਪਣੀ ਭੈਣਾਂ ਨੂੰ ਮਿਲਣ ਦੀ ਜ਼ਿੱਦ ਕਰਦੀ ਹੈ ਕਦੇ? ਹਾਂਜੀ ਕਰਦੀ ਹੁੰਦੀ ਹੈ ਕਦੇ ਕਦੇ ਉਹਨਾਂ ਨੂੰ, ਪਰ ਇਹਨੂੰ ਕੁਝ ਵੀ ਜਾਣਦੀ, ਇਹਨੂੰ ਕੁਝ ਵੀ ਨਹੀਂ ਪਤਾ ਹੈਗਾ। 2.5 ਸਾਲ ਦੀ ਬੱਚੀ ਦੀ ਕੁੱਟ-ਕੁੱਟ ਕੇ ਰੀੜ੍ਹ ਦੀ ਹੱਡੀ ਤੋੜਤੀ ਉਹਦੇ ਪਿਓ ਨੇ। ਕੀ ਸਜ਼ਾ ਤੁਹਾਡੇ ਹਿਸਾਬ ਨਾਲ ਉਹਨੂੰ ਮਿਲਣੀ ਚਾਹੀਦੀ ਹੈ? ਮੈਨੂੰ ਤਾਂ ਇਹ ਹੈ ਜਿਹਨੂੰ ਸਜ਼ਾ ਦੀ ਜੋ ਵੀ ਬਣਦੀ ਹੈ ਵੀ ਉਹਨੂੰ ਮਿਲਣੀ ਚਾਹੀਦੀ ਆ। ਜਿਵੇਂ ਮੇਰੀ ਬੱਚੀ ਨਾਲ ਕੀਤਾ ਉਹਨੇ, ਜੰਮਾ ਹੀ ਇਹਨੂੰ ਹੱਸਦੀ ਖੇਡਦੀ ਸੀਗੀ, ਫਿਰਦੀ ਸੀਗੀ, ਇੰਨੀ ਸਮਝਦਾਰ ਸੀਗੀ, ਮੰਜੇ ਤੇ ਪਾ ਕੇ ਰੱਖਤਾ ਸੀ। ਇਹਦੇ ਪਿੱਛੇ ਤੁਸੀਂ ਪਹਿਲਾ ਵਿਆਹ ਤੋੜਿਆ ਆਪਣਾ? ਹਾਂਜੀ ਡਾਕਟਰਸ ਕਹਿੰਦੇ ਨੇ ਬੱਚੀ ਬਿਲਕੁਲ ਠੀਕ ਹੋ ਜਾਏਗੀ ਆਪਰੇਟ ਤੋਂ ਬਾਅਦ? ਇਹ ਤਾਂ ਕਿਹਾ ਨਹੀਂ, ਡਾਕਟਰ ਇਦਾਂ ਕਹਿ ਰਹੇ ਸੀ, ਕਹਿੰਦੇ ਵੀ ਪ੍ਰੇ ਕਰ ਸਕਦੇ ਆ ਵੀ ਥੋੜੀ ਬੱਚੀ ਵੀ ਠੀਕ ਹੋ ਜਾਵੇ, ਵੀ ਅਰਦਾਸ ਕਰ ਸਕਦੇ? ਹਾਂਜੀ ਮਤਲਬ ਇਦਾਂ ਕਿਹਾ, ਕਹਿੰਦੇ ਵੀ ਅਰਦਾਸ ਹੀ ਕਰ ਸਕਦੇ ਆ ਵੀ ਠੀਕ ਹੋ ਜਾਏ ਤੁਹਾਡੀ ਬੱਚੀ। ਅਜੇ ਪਤਾ ਨਹੀਂ ਡਾਕਟਰ ਕੀ ਕਹਿਣਗੇ। ਇਹ ਯੂਰਿਨ ਪਾਈਪ ਲਾਈ ਹੋਈ ਹੈ ਬੱਚੀ ਤੇ? ਹਾਂਜੀ ਇਹਨੂੰ ਯੂਰਿਨ ਦਾ ਪਤਾ ਨਹੀਂ ਲੱਗਦਾ ਸੀਗਾ, ਟੋਇਲਟ ਨਾਲ ਕੁਝ ਕਰਦੀ ਨਹੀਂ ਸੀਗੀ, ਇਹਨੂੰ ਪਤਾ ਹੀ ਲੱਗਦਾ ਸੀਗਾ ਵੀ ਕਰਨਾ ਕਿ ਨਹੀਂ। ਫਿਰ ਪਾਈਪ ਲਗਾਈ ਸੀ ਪਹਿਲਾਂ। ਤੁਹਾਡੀ ਵੱਡੀ ਧੀ ਨੇ ਤੁਹਾਨੂੰ ਦੱਸਿਆ ਕਿ ਪਿਓ ਨੇ ਮਤਰੇ ਪਿਓ ਨੇ ਕਿਵੇਂ ਕੁੱਟਿਆ ਇਹਨੂੰ, ਛੋਟੀ ਬੱਚੀ? ਹਾਂਜੀ ਮੁੱਕੇ ਮਾਰੇ ਇਹਦੇ ਪਿੱਠ ਤੇ? ਹਾਂਜੀ। ਸ਼ਰਮ ਨਹੀਂ ਆਈ ਉਹਨੂੰ? ਪੁੱਛਿਆ ਨਹੀਂ ਤੁਸੀਂ ਉਹਨੂੰ?
ਉਹਨੇ ਗੱਲ ਹੀ ਨਹੀਂ ਕੀਤੀ। ਇਹ ਗੱਲ ਤੁਹਾਨੂੰ ਸ਼ਰਮ ਨੂੰ ਹੁੰਦੀ ਜੇ ਸ਼ਾਇਦ ਉਹ ਇਹਨੂੰ ਇਸ ਹਾਲ 'ਚ ਛੱਡ ਕੇ ਭੱਜਦਾ ਨਾ। ਉਹਨੇ ਪਤਕੀ ਜੀ ਆਪਣੇ ਕੱਪੜੇ ਚੱਕੇ ਤੇ ਆਪਣੇ ਪ੍ਰੂਫ ਚੱਕੇ ਤੇ ਭੱਜ ਗਏ। ਇਹਨੂੰ ਉਹੀ ਹਾਲ 'ਚ ਉੱਥੇ ਉਵੇਂ ਹੀ ਛੱਡ ਕੇ, ਉਹਨੂੰ ਪਤਾ ਸੀ ਇਹਦੀ ਮੰਮੀ ਵੀ ਨਹੀਂ ਹੈਗੀ ਇੱਥੇ ਘਰ, ਦੋਨਾਂ ਬੇਟੀਆਂ ਨੂੰ ਉਵੇਂ ਹੀ ਛੱਡ ਕੇ ਘਰੇ ਆਪ ਭੱਜ ਗਿਆ ਆਪਣੇ ਪ੍ਰੂਫ ਤੇ ਕੱਪੜੇ ਚੱਕ ਕੇ। ਪੁਲਿਸ ਨੂੰ ਕੰਪਲੇਂਟ ਕੀਤੀ ਹੈ, ਤੁਸੀਂ ਕੀ ਕਹਿ ਰਹੀ ਹੈ ਪੁਲਿਸ? ਪੁਲਿਸ ਨੇ ਮਲੌਦ ਕੀਤੀ ਸੀਗੀ ਉੱਥੇ, ਮਤਲਬ ਜਿਹੜਾ ਪਰਚਾ ਪਹਿਲਾਂ ਕਟਵਾਇਆ ਸੀਗਾ ਉਹ ਡਾਕਟਰ ਕਹਿੰਦੇ ਸੀਗੇ ਇਹਦੇ ਸੱਟ ਸੁੱਟ ਤਾਂ ਕੋਈ ਹੈ ਨਹੀਂ ਗੀ ਬਾਹਰ, ਪਰ ਅੰਦਰੋਂ ਤਾਂ ਇਹ ਡਾਕਟਰ ਇੱਥੇ ਦੇ ਕਹਿ ਰਹੇ ਸੀਗੇ। ਬਾਕੀ ਹੁਣ ਉੱਥੇ ਐਮਆਰਆਈ ਕਰਵਾਈ ਤੋਂ ਪਤਾ ਲੱਗੂਗੀ। ਸ਼ਾਇਦ ਕਹਿੰਦੇ ਸੀਗੇ ਇਹਦੇ ਬਾਥਰੂਮ ਵਾਲੀ ਜੋ ਨਾਈਲ ਪਾਈਪ ਜੋ ਪਤਾ ਨਹੀਂ ਕਹਿੰਦੇ ਬਲੌਕ ਹੋ ਗਈ ਆ। ਇੰਨੀ ਛੋਟੀ ਬੱਚੀ ਦਾ ਇੰਨਾ ਮਾੜਾ ਹਾਲ ਕਰਤਾ, ਜਮਾ ਤਰਸ ਨਹੀਂ ਆਇਆ ਉਸ ਨੂੰ? ਤਾਂ ਕਹਿ ਰਹੀ ਮੈਨੂੰ ਵੀ ਬਸ ਇਨਸਾਫ ਚਾਹੀਦਾ, ਜਿਵੇਂ ਮੇਰੀ ਬੱਚੀ ਨਾਲ ਕਰਿਆ ਗਾ ਨਾ ਉਹਨੇ, ਉਹਨੂੰ ਉਹਦੀ ਕੀਤੀ ਦੀ ਸਜ਼ਾ ਮਿਲਣੀ ਚਾਹੀਦੀ ਹੈ। ਤਾਂ ਤੁਸੀਂ ਦੇਖਿਆ ਇਸ ਬੱਚੀ ਦਾ ਪਿੱਠ ਤੇ ਮੁੱਕੇ ਮਾਰ-ਮਾਰ ਕੇ ਕੁੱਟ-ਕੁੱਟ ਕੇ ਇੰਨਾ ਬੁਰਾ ਹਾਲ ਕਰ ਦਿੱਤਾ ਹੈ ਕਿ ਬੱਚੀ ਦਾ ਸਾਰਾ ਪਾਸਾ ਜਿਹੜਾ ਉਹ ਖੜ ਚੁੱਕਾ ਹੈ। ਨਾ ਬੱਚੀ ਨੂੰ ਬਾਥਰੂਮ ਦਾ ਪਤਾ ਲੱਗ ਰਿਹਾ ਹੈ, ਨਾ ਹੀ ਬੱਚੀ ਮੂਵ ਕਰ ਪਾ ਰਹੀ ਹੈ, ਨਾ ਚੱਲ ਪਾ ਰਹੀ ਹੈ, ਨਾ ਬੈਠ ਪਾ ਰਹੀ ਹੈ। ਔਰ ਜੇ ਦਵਾਈਆਂ ਸ਼ਾਇਦ ਇਸ ਨੂੰ ਦਿੱਤੀਆਂ ਹੋਈਆਂ ਨੇ, ਜੇ ਨੀਂਦ ਟੁੱਟਦੀ ਹੈ ਤਾਂ ਬੱਚੀ ਰੋਣ ਲੱਗ ਜਾਂਦੀ ਹੈ। ਇੰਨੀ ਜ਼ਿਆਦਾ ਤਕਲੀਫ ਦੇ ਵਿੱਚ ਹੈ ਬੱਚੀ। ਤੇ ਇਹ ਬੱਚੀ ਦੀ ਮਾਂ ਹੈ। ਇਹਨਾਂ ਦਾ ਇਹ ਇਲਜ਼ਾਮ ਹੈ ਕਿ ਜਿਹੜਾ ਮਤਰੇਆ ਪਿਓ ਹੈ ਉਸਨੇ ਇਸ ਦਾ ਇਹ ਹਾਲ ਕੀਤਾ ਹੈ। ਦੋਵੇਂ ਬੱਚੀਆਂ ਦੀ ਕੁੱਟਮਾਰ ਕਰਦਾ ਹੈ। ਇੰਨਾ ਹੀ ਨਹੀਂ, ਆਪਣੀ ਮਰਜ਼ੀ ਦੇ ਨਾਲ ਇਹਨਾਂ ਨੇ ਇੱਥੇ ਵਿਆਹ ਕਰਾਇਆ, ਇਹਨਾਂ ਦੇ ਨਾਲ ਵੀ ਕੁੱਟਮਾਰ ਕੀਤੀ ਜਾਂਦੀ ਹੈ। ਔਰ ਜਦੋਂ ਇਹਨਾਂ ਦੇ ਨਾਲ ਕੁੱਟਮਾਰ ਹੋਈ, ਸੱਟਾਂ ਲੱਗੀਆਂ, ਆਪਣਾ ਇਲਾਜ ਕਰਵਾਉਣ ਦੇ ਲਈ ਡਾਕਟਰ ਕੋਲ ਜਾਂਦੇ ਨੇ ਤਾਂ ਪਿੱਛੋਂ ਬੱਚੀ ਦਾ ਇਹ ਹਾਲ ਕੀਤਾ ਗਿਆ। ਤੁਸੀਂ ਦੇਖੋ ਕਿ ਇੰਨੀ ਛੋਟੀ ਜਿਹੀ ਬੱਚੀ। ਇੱਥੇ ਨੀਲ ਵੀ ਪਏ ਨੇ। ਹਾਂਜੀ, ਇੱਥੇ ਨੀਲ ਵੀ ਪਏ ਆ, ਸੱਟਾਂ ਦੇ ਨਿਸ਼ਾਨ ਹੀ ਸੀਗੇ ਸਾਰੇ, ਹੁਣ ਤਾਂ ਸਹੀ ਹੋ ਗਏ। ਜਾਂ ਨੀਲ ਸੀਗਾ ਇਹ ਦੇਖੋ, ਸੱਟਾਂ ਦੇ ਨਿਸ਼ਾਨ ਸੀ, ਹੁਣ ਤਾਂ ਫਰਕ ਪੈ ਗਿਆ ਕੋਈ। ਕਿੰਨੀ ਮਦਦ ਦੀ ਲੋੜ ਹੈ ਹੁਣ ਤੁਹਾਨੂੰ ਕਿੰਨੀ ਮਦਦ ਮਿਲ ਗਈ ਹੈ? ਮੈਨੂੰ ਜਿਹੜੀ ਅਨਮੋਲ ਵੀਰੇ ਵੱਲੋਂ ਮਿਲੀ ਹੈ ਮਦਦ, ਸ਼ਾਇਦ ਵੀਰ ਜੀ ਨਹੀਂ ਹੁੰਦੇ ਤਾਂ ਪਤਾ ਨਹੀਂ ਕੀ ਹੋਣਾ ਸੀਗਾ। ਇੱਕ ਜ਼ਰੀਆ ਵੱਲ ਹਾਂਜੀ, ਉਹਨਾਂ ਨੇ ਮਤਲਬ ਕਿ ਸਾਰਾ ਹੁਣ ਖਰਚਾ ਚੱਕਿਆ ਕਰ। ਜੇ ਉਹ ਨਾ ਹੁੰਦੇ ਸ਼ਾਇਦ ਪਤਾ ਨਹੀਂ ਬੱਚੀ ਨੇ ਐਂ ਹੀ ਰਹਿ ਜਾਣਾ ਸੀ। ਮੈਂ ਤਾਂ ਇਲਾਜ ਕਰਵਾ ਨਹੀਂ ਸਕਦੀ ਸੀ, ਮੇਰੇ ਪਿੱਛੇ ਮਤਲਬ ਮੇਰੇ ਨਾਲ ਕਿਹੜਾ ਕੋਈ ਹੈਗਾ, ਕੁਝ ਵੀ ਨਹੀਂ ਸੀਗਾ। ਰੈਂਟ ਤੇ ਰਹਿੰਦੇ ਸੀਗੇ, ਹੁਣ ਬੀਜੀ ਸਾਰਾ ਇਲਾਜ ਕਰਵਾ ਰਹੇ ਨੇ। ਤੁਹਾਡਾ ਘਰ ਚਲਾ ਰਿਹਾ ਸੀ ਆਪ, ਤੁਸੀਂ ਕੋਈ ਕੰਮ ਨਹੀਂ ਕਰਦੇ? ਮੈਂ ਹੁਣ 2-4 ਮਹੀਨਿਆਂ ਤੋਂ ਹੀ ਫ੍ਰੀ ਸੀਗੀ। ਪਹਿਲਾਂ ਮੈਂ ਵੀ ਜਾਂਦੀ ਹੁੰਦੀ ਸੀ ਕੰਮ ਤੇ, ਮੈਂ ਦਿਹਾੜੀ ਦਿਹੂੜੀ ਮਤਲਬ ਕਿ ਕੰਮ ਕਰਦੀ ਸੀ, ਪਰ ਹੁਣ ਥੋੜਾ ਜਿਹਾ ਟਾਈਮ ਤੋਂ ਫ੍ਰੀ ਸੀਗੀ। ਤੁਹਾਡੇ ਸੱਸ ਸਹੁਰਾ ਘਰੇ ਸੀਗੇ ਜਦੋਂ ਬੱਚੀ ਦੇ ਨਾਲ ਕੁੱਟਮਾਰ ਹੋਈ? ਉਹ ਦੀਦੀ ਮੋਹਲੀ ਕਲਾ ਰਹਿੰਦੇ ਆ ਤੇ ਅਸੀਂ ਰੈਂਟ ਤੇ ਇੱਧਰ ਸਿਓੜੇ ਮਲੌਦ ਕੋਲੇ ਉੱਥੇ ਰਹਿੰਦੇ ਸੀਗੇ। ਅੱਛਾ, ਘਰੇ ਹੋਰ ਕੋਈ ਨਹੀਂ ਸੀਗਾ? ਨਹੀਂ ਕੋਈ। ਤੇ ਬਿਨਾਂ ਗੱਲ ਤੋਂ ਬੱਚੀ ਨੂੰ ਕੁੱਟਤਾ? ਹਾਂਜੀ, ਬਸ ਇਹ ਰੋਂਦੀ ਹੋਊਗੀ ਵੀ ਮੈਂ ਮੰਮਾ ਕੋਲ ਜਾਣਾ, ਮੰਨੇਗੀ ਬਸ ਇਹ ਗੱਲ ਤਾਂ। ਇਹ ਕੋਈ ਪਹਿਲਾ ਸ਼ਾਇਦ ਮਾਮਲਾ ਨਹੀਂ ਹੋਣਾ ਕਿ ਜਦੋਂ ਇਨਸਾਨੀਅਤ ਸ਼ਰਮਸਾਰ ਹੋਈ ਹੋਣੀ ਹੈ। ਹਾਲਾਂਕਿ ਇਹ ਬੱਚੀ ਦਾ ਉਸ ਵਿਅਕਤੀ ਦੇ ਨਾਲ ਕੋਈ ਲੈਣਾ ਦੇਣਾ ਤਾਂ ਨਹੀਂ ਹੈ, ਪਰ ਇਸ ਬੱਚੀ ਦੀ ਮਾਂ ਨੇ ਇੱਕ ਫੈਸਲਾ ਲਿਆ ਸੀ ਜਿਸ ਤੇ ਹੁਣੇ ਪਛਤਾਵਾ ਕਰ ਰਹੇ ਨੇ। ਪਹਿਲਾ ਵਿਆਹ ਜਿਹੜਾ ਪਹਿਲਾ ਘਰ ਵਾਲਾ ਜੋ ਬੱਚੀਆਂ ਨੂੰ ਬਹੁਤ ਪਿਆਰ ਕਰਦਾ ਸੀ, ਉਸ ਨੂੰ ਛੱਡ ਕੇ ਇਸ ਦੇ ਨਾਲ ਵਿਆਹ ਕਰਵਾਉਣ ਦਾ ਫੈਸਲਾ ਲਿਆ, ਪਰ ਨਾ ਹੀ ਉਸਨੇ ਆਪਣੀ ਘਰਵਾਲੀ ਨੂੰ ਤੇ ਨਾ ਹੀ ਇਹਨਾਂ ਦੀਆਂ ਬੱਚੀਆਂ ਨੂੰ ਜਿਹੜਾ ਉਹ ਚੱਜ ਨਾਲ ਰੱਖਿਆ। ਤੁਸੀਂ ਦੇਖੋ ਇਹਨਾਂ ਦੀ ਵੀ ਕੁੱਟਮਾਰ ਹੁੰਦੀ ਹੈ। ਬੱਚੀ ਦੇ ਨਾਲ ਜੋ ਹੋਇਆ ਉਹ ਸ਼ਾਇਦ ਮੈਂ ਜੋ ਬੱਚੀ ਇਸ ਵੇਲੇ ਤਕਲੀਫ ਜਾ ਰਹੀ ਹੈ ਉਸ ਨੂੰ ਮੈਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੀ। ਤੁਸੀਂ ਦੇਖੋ ਕਿ ਯੂਰਿਨ ਪਾਈਪ ਲੱਗੀ ਹੋਈ ਹੈ ਔਰ ਬੱਚੀ ਦਾ ਇਹ ਸਾਰਾ ਪਾਸਾ ਜਿਹੜਾ ਆ ਪੈਰਾਂ ਤੱਕ ਉਸ ਨੂੰ ਕੁਝ ਮਹਿਸੂਸ ਨਹੀਂ ਹੋ ਰਿਹਾ। ਇਹ ਪੈਰਾਂ ਤੱਕ ਸਾਰਾ ਜਿਹੜਾ ਪਾਸਾ ਹੈ ਖੜ ਚੁੱਕਾ ਹੈ ਔਰ ਬੱਚੀ ਦੀ ਰੀੜ੍ਹ ਦੀ ਹੱਡੀ ਟੁੱਟ ਗਈ ਹੈ। ਸਰਜਰੀ ਹੋਣੀ ਹੈ। ਲੁਧਿਆਣਾ ਸਿਵਲ ਹਸਪਤਾਲ ਗਏ ਸੀ, ਉਹਨਾਂ ਨੇ ਬਠਿੰਡੇ ਰੈਫਰ ਕਰ ਦਿੱਤਾ ਹੈ ਔਰ ਹਲੇ ਵੀ ਡਾਕਟਰ ਇਹ ਕਹਿ ਰਹੇ ਨੇ ਕਿ ਤੁਸੀਂ ਇਸੇ ਬਰਦਾਸ਼ਤ ਕਰੋ। ਅਸੀਂ ਕੁਝ ਨਹੀਂ ਕਹਿ ਸਕਦੇ ਕਿ ਆਪਰੇਸ਼ਨ ਤੋਂ ਬਾਅਦ ਬੱਚੀ ਠੀਕ ਹੋਏਗੀ ਜਾਂ ਨਹੀਂ ਹੋਏਗੀ। ਬੱਚਾ ਰੱਬ ਦਾ ਰੂਪ ਹੁੰਦਾ ਹੈ ਔਰ ਇਸ ਬੱਚੇ ਦੇ ਨਾਲ ਉਸ ਦਰਿੰਦੇ ਨੇ ਜੋ ਕੀਤਾ ਹੈ, ਅਸੀਂ ਚਾਹੁੰਦੇ ਹਾਂ ਕਿ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਜੇ ਉਸਨੇ ਇਦਾਂ ਕੀਤਾ ਤਾਂ। ਹਾਂਜੀ, ਮੈਂ ਵੀ ਚਾਹੁੰਦੀ ਨਹੀਂ ਵੀ ਮਤਲਬ ਮੈਂ ਫਿਰ ਵੀ ਕਹਿ ਰਹੀ ਸੀ ਮੈਂ ਤੂੰ ਆ ਜੇ ਆ ਜਾਂਦਾ ਚਲੋ, ਦਿਨ ਨਹੀਂ ਆ ਰਿਹਾ ਸੀ। ਇਹਨੂੰ ਹਸਪੀਟਲ 'ਚ ਉੱਥੇ ਮੇਰੇ ਕੋਲ ਹੀ ਲੈ ਆਉਂਦਾ, ਮੇਰੇ ਕੋਲ ਹੀ ਲਿਆ ਕੇ ਛੱਡ ਕੇ ਚਲੇ ਜਾਂਦਾ। ਜੇ ਛੱਡਣਾ ਇਹਨੂੰ ਉਵੇਂ ਛੱਡ ਕੇ ਚਲਾ ਗਿਆ, ਇਹਨੂੰ ਮਾਰ ਕੇ ਦੇ ਲਓ। ਇਹ ਨਾ ਉੱਠ ਸਕਦੀ ਸੀ ਨਾ ਬੈਠ ਸਕਦੀ ਸੀ। ਉਹ ਤੋਂ ਜਿਵੇਂ ਇਹਨੂੰ ਪਾਣੀ ਪਿਲਾਇਆ ਜਾਂਦਾ ਸੀ ਮਾੜਾ ਮੋਟਾ ਮੂੰਹ 'ਚ, ਇਹ ਬਿਲਕੁਲ ਗਿੱਲਾ ਹੋਇਆ ਪਿਆ ਜਿੱਥੇ ਇਹ ਪਈ, ਬਿਲਕੁਲ ਗਿੱਲਾ। ਉਲਟੀਆਂ ਕੀਤੀਆਂ ਹੋਈਆਂ ਨੇ, ਬਹੁਤ ਬੁਰੀ ਹਾਲਤ 'ਚ ਚੱਕ ਕੇ ਲਿਆਂਦੀ ਘਰੋਂ ਇਹ ਮੰਮੀ ਹੋਣਾ ਨੇ। ਇਹ ਚੱਲ ਰਿਹਾ ਸਾਡੇ ਸਮਾਜ ਦੇ ਵਿੱਚ। ਇਸ ਦਰਿੰਦਗੀ ਨੂੰ ਕਿਵੇਂ ਸ਼ਬਦਾਂ ਦੇ ਵਿੱਚ ਬਿਆਨ ਕਰੀਏ? ਇੱਕ ਛੋਟੀ ਜਿਹੀ ਮਾਸੂਮ ਬੱਚੀ ਤੋਤਲੀ ਜ਼ਬਾਨ ਦੇ ਵਿੱਚ ਸ਼ਾਇਦ ਉਸਨੂੰ ਪਾਪਾ ਕਹਿੰਦੀ ਹੋਵੇਗੀ, ਬਾਪੂ ਕਹਿੰਦੀ ਹੋਵੇਗੀ। ਉਸਤੇ ਹੱਥ ਚੁੱਕਣ ਵੇਲੇ ਉਸਨੇ ਇੱਕ ਵਾਰ ਨਹੀਂ ਸੋਚਿਆ ਔਰ ਮਾਂ ਦੱਸ ਰਹੀ ਹੈ ਕਿ ਹਸਪੀਟਲ ਪਈ ਬੱਚੀ ਵੀ ਪਾਪਾ ਪਾਪਾ ਕਹਿ ਕੇ ਰੋ ਰਹੀ ਸੀ। ਉਹੀ ਪਾਪਾ, ਉਹੀ ਮਤਰਿਆ ਪਿਓ ਜਿਸਨੇ ਇਸ ਬੱਚੀ ਤੇ
ਐਡਾ ਤਸ਼ੱਦਦ ਢਾਇਆ ਹੈ, ਇਸ ਬੱਚੀ ਦੀ ਰੀੜ੍ਹ ਦੀ ਹੱਡੀ ਤੱਕ ਤੋੜ ਦਿੱਤੀ ਹੈ। ਬੱਚੀ ਦਾ ਸਾਰਾ ਸਰੀਰ ਜਿਹੜਾ ਹੈ, ਹੇਠਲਾ ਸਾਰਾ ਪਾਸਾ ਉਹ ਖੜ ਚੁੱਕਾ ਹੈ, ਜਾਮ ਹੋ ਚੁੱਕਾ ਹੈ। ਅਰਦਾਸ ਕਰਿਓ, ਅਸੀਂ ਵੀ ਕਰਾਂਗੇ, ਤੁਸੀਂ ਵੀ ਕਰਿਓ ਕਿ ਇਸ ਬੱਚੀ ਦੀ ਸਰਜਰੀ ਜਿਹੜੀ ਹੈ ਉਹ ਸਕਸੈਸਫੁਲ ਹੋਵੇ, ਉਹ ਸਫਲ ਹੋਵੇ, ਬੱਚੀ ਉਸ ਤੋਂ ਬਾਅਦ ਠੀਕ ਹੋ ਜਾਏ ਤੇ ਇਸ ਦਰਿੰਦੇ ਨੂੰ, ਜਿਸ ਤੇ ਮਾਂ ਜਿਹੜੀ ਇਲਜ਼ਾਮ ਲਗਾ ਰਹੀ ਹੈ, ਉਸ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ। ਇਹਨਾਂ ਦੇ ਕਹਿਣ ਦੇ ਮੁਤਾਬਕ ਕੁੱਟਣ ਤੋਂ ਬਾਅਦ ਉਹ ਘਰੋਂ ਆਪਣੇ ਕੱਪੜੇ ਤੇ ਆਪਣੇ ਆਈਡੀ ਪ੍ਰੂਫ ਲੈ ਕੇ ਫਰਾਰ ਹੋ ਚੁੱਕਾ ਹੈ। ਅਸੀਂ ਕੋਸ਼ਿਸ਼ ਪ੍ਰਸ਼ਾਸਨ ਤੱਕ ਗੁਹਾਰ ਲਗਾਉਣ ਦੀ ਕਰਾਂਗੇ ਕਿ ਅਜਿਹੇ ਜਿਹੜੇ ਲੋਕ ਨੇ, ਦਰਿੰਦੇ ਨੇ, ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ ਔਰ ਬੱਚੀ ਦੇ ਲਈ ਅਰਦਾਸ ਜ਼ਰੂਰ ਕਰਿਓ ਕਿ ਬੱਚੀ ਜਲਦ ਤੋਂ ਜਲਦ ਠੀਕ ਹੋ ਜਾਏ। ਔਰ ਅਸੀਂ ਇੱਕ ਜ਼ਰੀਆ NGO ਦਾ ਬਹੁਤ ਧੰਨਵਾਦ ਕਰਾਂਗੇ। ਅਨਮੋਲ ਕੁਆਤਰਾ ਤੱਕ ਇਹਨਾਂ ਨੇ ਪਹੁੰਚ ਕੀਤੀ ਔਰ ਉਸ ਤੋਂ ਬਾਅਦ ਅਨਮੋਲ ਕੁਆਤਰਾ ਵੱਲੋਂ ਇਲਾਜ ਦਾ ਸਾਰਾ ਖਰਚਾ ਚੁੱਕਿਆ ਗਿਆ ਹੈ। ਬਠਿੰਡਾ ਹਸਪੀਟਲ ਜਾ ਰਹੇ ਨੇ ਔਰ ਉੱਥੇ ਜਿੰਨਾ ਵੀ ਸਰਜਰੀ ਦਾ ਖਰਚਾ ਆਏਗਾ ਉਹ ਇੱਕ ਜ਼ਰੀਆ ਦੇ ਵੱਲੋਂ ਚੁੱਕਿਆ ਜਾਣਾ ਹੈ। ਤੁਸੀਂ ਹਿੰਮਤ ਰੱਖੋ, ਹੌਸਲਾ ਰੱਖੋ ਔਰ ਬੱਚੀ ਦਾ ਪੂਰਾ ਧਿਆਨ ਰੱਖੋ। ਅਸੀਂ ਕੋਸ਼ਿਸ਼ ਕਰਾਂਗੇ, ਜੇ ਅਸੀਂ ਵੀ ਤੁਹਾਡੀ ਕੋਈ ਮਦਦ ਕਰਵਾ ਸਕਦੇ ਹਾਂ ਜ਼ਰੂਰ ਕਰਾਂਗੇ।